अस्सलाम वालेकुम नाज़रीन, आप देख रहे हैं BN न्यूज़ और मैं हूं आपका मेज़बान अजमल सियाल। आज एक और स्टोरी आपको दिखाना चाह रहे हैं जिसमें दर्जा चहारम महकमा एजुकेशन के मुलाजिम ने जो है वो एक ठगी मार ली है नौकरी का झांसा देकर। कितने पैसे हैं, कैसे ठगी मारी गई, हमारे साथ मुतासरा एक शहरी मौजूद है, इनसे जान लेते हैं। ये बताएं सबसे पहले तो नाम क्या भाई? ਜ਼ੁਲਫਕਾਰ ਅਲੀ जुल्फकार अली, ठगी किवें वज गई? ਅੱਗੇ ਉਹ ਅਸੀਂ ਉਹਨਾਂ ਕੋ ਨਾ ਭਾਈ ਇੱਕ ਨੇ ਮੈਨੂੰ ਨਵੀਦ ਸਾਹਿਬ ਕੋ ਭੇਜਿਆ ਸੀ ਦਫ਼ਤਰ ਦੇ ਵਿੱਚ अच्छा, ਕਿ ना की ओदा? ਉਹਨਾਂ ਦਾ ਨਵੀਦ ਹੈ ਮਾਸਟਰ ਟੀਚਰ ਹੈ अच्छा, ਸਰਕਾਰੀ किथे किहड़े स्कूल च? 493 ਚ फिर की होया? ਉਹਨਾਂ ਨੇ ਉੱਥੇ ਜੀ ਉਹਨਾਂ ਦੇ ਨਾ ਦਫ਼ਤਰ ਦੇ ਵਿੱਚ ਫੋਟੋਕਾਪੀ ਮਸ਼ੀਨ ਸੀ ਪ੍ਰਿੰਟਰ ਸੀ ਉਹਨਾਂ ਨੇ ਕਿਹਾ ਤੂੰ ਇੱਥੇ ਰਹਿ ਨਾਲੇ ਕੰਮ ਸਿੱਖ ਲੈ ਫਿਰ ਨਵੀਦ ਸਾਹਿਬ ਨੇ ਮੈਨੂੰ ਕਿਹਾ ਕਿ ਤੂੰ ਨਾ 7ਵੀਂ ਮੀਲ ਤੇ ਤੈਨੂੰ ਦੁਕਾਨ ਬਣਾ ਕੇ ਦਿੰਦੇ ਆ ਦੁਕਾਨ ਮੇਰੀ ਹੋਏਗੀ ਮਸ਼ੀਨਰੀ ਤੂੰ ਰੱਖ ਲੈ ਤੇ ਆਪਣਾ ਪਾਰਟਨਰਸ਼ਿਪ ਤੇ ਕੰਮ ਹੋ ਜਾਏਗਾ ਮੈਂ ਕਿਹਾ ਠੀਕ ਆ ਉਹਨਾਂ ਨੇ ਮੇਰੇ ਕੋਲ ਲਿਆ ਜੀ 1,60,000 ਮੈਨੂੰ ਕਹਿੰਦੇ ਕਿ ਨਾ ਲਾਹੌਰ ਮੇਰੇ ਵਾਕਫੀਅਤ ਵਾਲੇ ਆਏ ਨੇ ਮਸ਼ੀਨਰੀ ਉੱਥੋਂ ਮੰਗਾਣੇ ਪ੍ਰਿੰਟਰ ਔਰ ਫੋਟੋ ਸਟੇਟ ਸਾਰਾ ਕੁਝ ਮੈਂ ਠੀਕ ਹੈ ਉਹਨਾਂ ਨੂੰ ਪੈਸੇ ਦੇ ਦਿੱਤੇ ਉਹ 4 ਕੁ ਦਿਨ ਗੁਜ਼ਰੇ ਮੈਂ ਪੁੱਛਿਆ ਕਿ ਮਸ਼ੀਨਰੀ ਨਹੀਂ ਆ ਰਹੀ ਬਸ ਉਹ ਅੱਜ ਆ ਰਹੀ ਹੈ ਕੱਲ ਆ ਰਹੀ ਹੈ ਬਾਅਦ ਉਹਨਾਂ ਕਿਹਾ ਯਾਰ ਇਹ ਕੰਮ ਤੂੰ ਛੱਡ ਇਹ ਕੋਈ ਐਡਾ ਖਾਸਾ ਕੰਮ ਨਹੀਂ ਹੈ ਇੱਥੇ ਤੇ ਤੂੰ ਇੰਜ ਕਰ ਤੈਨੂੰ ਮੈਂ ਨਾ ਦਰਜਾ ਚਾਰਮ ਦੀ ਨੌਕਰੀ ਲਵਾ ਦੇਣਾ सरकारी नौकरी लवा देना। ਹਾਂਜੀ फिर ਉਹਨਾਂ ਨੇ ਸਾਨੂੰ ਬਹੁਤ ਸਾਰੇ ਸਬਜ਼ ਬਾਗ ਵਿਖਾਏ ਉਹਨਾਂ ਕਹਾ ਜੀ ਮੇਰੇ ਬਾएं ਹੱਥ ਦਾ ਖੇਲ ਹੈ ਮੇਰੀ ਬਹੁਤ ਉੱਪਰ ਤੱਕ ਅਪਰੋਚ ਹੈ ਮੈਂ ਜੀ ਇੱਥੇ ਬੈਠਾ ਬੈਠਾ ਬੋਰਡ ਮੁਲਤਾਨ ਦੇ ਵਿੱਚੋਂ ਰਿਜ਼ਲਟ ਤੇ ਸਾਰਾ ਕੁਝ ਇੱਥੇ ਬੈਠਾ ਬੈਠਾ ਕਰਵਾ ਲੈਣਾ यानी नंबर भी थोड़े घने लवावन तो लवा लेना। ਹਾਂਜੀ ਸਾਰਾ ਕੁਝ ਉਹਨਾਂ ਕਹਾ ਜੀ ਮੇਰੀ ਬੜੀ ਅਪਰੋਚ ਆ ਔਰ ਮੈਂ ਵੀ ਵੇਖਿਆ ਸੀ ਉਹਨਾਂ ਕੋਲ ਬੈਂਕਾਂ ਵਾਲੇ ਬੰਦੇ ਵੀ ਬੜੇ ਆਂਦੇ ਜਿਹੜਾ ਜ਼ੇਰਾ ਤਾਲੀਮ ਦੇ ਆ ਇਹਨਾਂ ਦੇ ਉੱਤੇ ਜਿਹੜੇ ਅਫਸਰ ਹੈਗੇ ਆ ਉਹ ਵੀ ਆਂਦੇ ਸੀ ਇੱਕ ਦੋ ਵਾਰ ਇਹਨਾਂ ਨੇ ਮੈਨੂੰ ਪੈਸੇ ਵੀ ਦੇ ਕੇ ਭੇਜੇ ਉਹਨਾਂ ਦੇਣੇ ਵੱਲਾ ਆਲਮ ਤੁਸੀਂ ਇੰਪ੍ਰੈਸ ਹੋ ਗਏ, ਮੁਤਾਸਰ ਹੋ ਗਏ, ਹਾਂਜੀ ਉਹ ਪੈਸੇ ਮੈਨੂੰ ਨਹੀਂ ਪਤਾ ਵੀ ਉਹ ਕਿਸ ਚੀਜ਼ ਦੇ ਖੁਸ਼ ਹੋਏ ਵੀ ਇਹ ਬੰਦਾ ਕੰਮ ਦਾ ਹੈ, ਹਾਂਜੀ ਨੌਕਰੀ ਲਵਾ ਦੇਗਾ। ਨੌਕਰੀ ਲਵਾ ਫਿਰ ਕੀ ਹੋਇਆ? ਉਹ ਫਿਰ ਜੀ ਇਹਨਾਂ ਨੂੰ ਪੈਸੇ ਦੇ ਤੇ ਇੱਕ ਮੈਂ ਦੇ ਤੇ ਇੱਕ ਹੋਰ ਦੋਸਤ ਸੀ ਉਹ ਥੋੜੀ ਬਹੁਤੀ ਉਹਨਾਂ ਰਿਸ਼ਤੇਦਾਰ ਵੀ ਆਇਆ ਸੀ ਉਹਦੇ ਵੀ ਨਾਲ ਦਵਾਤੇ ਮੈਂ ਤਾਂ ਫਸਿਆ ਸੀ ਨਾਲ ਉਹਦਾ ਵਿਚਾਰਾ ਬੇੜਾ ਕਰ ਕਰਤਾ ਉਹ ਇਹਨਾਂ ਨੇ 1,60 ਉਹ ਪਾ ਲਿਆ ਔਰ 3,40 ਸਾਡੇ ਕੋਲ ਹੋਰ ਲੈ ਲਿਆ ਮੁੱਕ ਗਈ ਗੱਲ ਜੀ 5 ਲੱਖ ਚ ਦੋ ਬੰਦਿਆਂ ਤੁਹਾਨੂੰ ਦਰਜਾ ਚਾਰਮ ਦੀ ਨੌਕਰੀ ਦਵਾ ਦੇਣੀ ਉਹ ਥੋੜੇ ਦਿਨ ਗੁਜ਼ਰੇ ਪੈਸੇ ਅਸੀਂ ਦੇ ਦਿੱਤੇ ਕਿੰਨੇ ਪੈਸੇ ਦਿੱਤੇ ਸੀ? ਇਹਨਾਂ ਨੂੰ ਟੋਟਲ 5 ਲੱਖ ਅਮਾਉਂਟ ਦਿੱਤੀ ਸੀ ਪੂਰਾ 5 ਲੱਖ। ਹਾਂਜੀ ਕਿੱਥੇ ਜਾ ਕੇ ਦਿੱਤਾ ਸੀ? ਉੱਥੇ ਅਸੀਂ 7ਵੇਂ ਮੀਲ ਤੇ ਦਿੱਤਾ ਸੀ ਦੋ ਗਵਾਹਾਂ ਦੇ ਰੂਬਰੂ ਦਿੱਤਾ ਸੀ ਫਿਰ ਫਿਰ ਇਹਨਾਂ ਕੋਲ ਪੁੱਛਿਆ ਪੇਮੈਂਟ ਬਤੌਰ ਚੈੱਕ ਦੇ ਥਰੂ ਦਿੱਤੀ ਸੀ ਜਾਂ ਬਾਈ ਹੈਂਡ ਦਿੱਤੀ ਬਾਈ ਹੈਂਡ ਦਿੱਤੀ ਹੈ, ਕੈਸ਼ ਦਿੱਤਾ ਸੀ? ਹਾਂਜੀ ਕੈਸ਼ ਦਿੱਤਾ ਸੀ। ਅੱਛਾ, ਬਾਅਦ ਦੇ ਵਿੱਚ ਇਹਨਾਂ ਨੇ ਸਾਨੂੰ ਜੀ ਪੁੱਛਣਾ ਸ਼ੁਰੂ ਕੀਤਾ ਨਾ ਹਾਂਜੀ ਹਾਂਜੀ ਬਸ ਆ ਥੋੜੇ ਦਿਨ ਰੁਕ ਜਾਓ ਆ ਮਸਲਾ ਆ ਰਿਹਾ ਹਕੂਮਤ ਦਾ ਮਸਲਾ ਆ ਰਿਹਾ ਹਕੂਮਤ ਹਾਲੇ ਤੱਕ ਚੱਲ ਨਹੀਂ ਰਹੀ ਉਹ ਅੱਗੋਂ ਸੀਟਾਂ ਖੁੱਲੀਆਂ ਅੱਗੇ ਆਪਣਾ ਵਜ਼ੀਰ ਆਜ਼ਮ ਆਪਣਾ ਆ ਰਿਹਾ ਹੈ ਉਹ ਦਵਾ ਦੇਗਾ ਹੈ। ਹਾਂਜੀ ਅੱਛਾ, ਉਹ ਇਸ ਤਰ੍ਹਾਂ ਇਹਨਾਂ ਨੇ ਕਈ ਦਿਨ ਸਾਨੂੰ ਲਾਈ ਰੱਖਿਆ ਉਸ ਤੋਂ ਬਾਅਦ ਇਹ ਹੁਣ ਕਦੋਂ ਦਾ ਵਾਕਿਆ ਹੈ? ਇਹ ਮੇਰੇ ਖਿਆਲ ਹੋ ਗਏ ਨੇ 20-25 ਦਿਨ ਹੋ ਗਏ ਇਸ ਗੱਲ ਨੂੰ ਅੱਛਾ, ਫਿਰ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਪੁੱਛਿਆ ਜੀ ਤੇ ਇਹ ਆਂਦੇ ਜੀ ਮੈਂ ਤਾਂ ਤੁਹਾਨੂੰ ਜਾਣਦਾ ਹੀ ਕੋਈ ਨਹੀਂ ਇਹ ਕਿਹੜੇ ਗ੍ਰੇਡ ਦਾ ਟੀਚਰ ਹੈ? ਹੈਡ ਮਾਸਟਰ ਹੈ ਜੀ ਇਹ ਪਤਾ ਨਹੀਂ ਗ੍ਰੇਡ ਕਿਹੜਾ ਅੱਛਾ, ਫਿਰ ਹੁਣ ਕੀ ਕੀਤਾ? ਹੁਣ ਇਹਨਾਂ ਦੀ ਜਿਹੜੀ ਉਹ ਦੁਕਾਨ ਸੀ ਉੱਥੇ ਜਾਈਏ ਤੇ ਉੱਥੇ ਬੰਦੇ ਭੇਜ ਦਿੰਦੇ ਉਹ ਸਾਨੂੰ ਉੱਥੇ ਬੈਠਣ ਹੀ ਨਹੀਂ ਦਿੰਦੇ ਉਹ ਉੱਥੋਂ ਪਹੁੰਚਾ ਛੱਡਦੇ ਫੋਨ ਤੇ ਉਹ ਧਮਕੀਆਂ ਹੁਣ ਮੈਂ ਐਪਲੀਕੇਸ਼ਨ ਦਿੱਤੀ ਹੈ ਤੇ ਮੈਨੂੰ ਇਹਨਾਂ ਨੇ ਮੈਸੇਜ ਕੀਤਾ ਕਿ ਤੂੰ ਇਬਤਦਾ ਕੀਤੀ ਹੈ ਨਾ ਇੰਤਹਾ ਮੈਂ ਕਰਾਂਗਾ ਹੁਣ ਉਹ ਪਤਾ ਨਹੀਂ ਅੱਲਾਹ ਵਾਲਾ ਆਲਮ ਕਿਹੜੀ ਇੰਤਹਾ ਜਿਹੜੀ ਇਹਨੇ ਕਰਨੀ ਕਿਹੜਾ ਅਖੀਰ ਪਤਾ ਨਹੀਂ ਇਖਤਤਾਮ ਕਿਹੜਾ ਕਰਨਾ ਸੀ। ਹਾਂ ਉਹ ਨਾ ਤਾਂ ਪੈਸੇ ਦੇ ਰਹੇ ਆ ਨਾ ਕਿਸੇ ਗੱਲ ਤੇ ਆ ਰਿਹਾ ਉਹਦੇ ਵਕੀਲ ਸਾਹਿਬ ਦੇ ਚੈਂਬਰ 'ਚ ਬੈਠ ਕੇ ਵਕੀਲ ਸਾਹਿਬ ਨੇ ਮਸ਼ਵਰਾ ਕਿ ਤੁਸੀਂ ਬੈਠ ਕੇ ਨਾ ਸੁਲਹ ਸਫਾਈ ਨਾਲ ਆਪਣਾ ਮਸਲਾ ਹੱਲ ਕਰ ਲਓ ਕਿਹੜੇ ਵਕੀਲ ਸਾਹਿਬ ਨੇ? ਇਹ ਵਕੀਲ ਸਾਹਿਬ ਆਦਲ ਸਾਹਿਬ। ਅੱਛਾ, ਹੁਣ ਮੁਤਾਲਬਾ ਕੀ ਤੁਹਾਡਾ ਜਿਹੜਾ 5 ਲੱਖ ਰੁਪਇਆ ਜਿਹੜਾ ਹੈ ਦਰਜਾ ਚਾਰਮ ਦੀ ਸੀਟ ਦਾ ਲਿਆ ਉਹਨੇ, ਹਾਂਜੀ ਹੁਣ ਕੀ ਮੁਤਾਲਬਾ? ਮੈਨੂੰ ਉਹ ਪੈਸੇ ਮਿਲਣ ਔਰ ਇਹਨਾਂ ਤੇ ਇਨਕੁਆਇਰੀ ਬੈਠੇ ਇਹ 2 ਨੰਬਰ ਕਰਪਟ ਜਿਹੜੇ ਹੈਗੇ ਨਾ ਟੀਚਰ ਇਹ ਕੱਲ ਨੂੰ ਬੱਚਿਆਂ ਨੂੰ ਇਹ ਜੀ ਤਾਲੀਮ ਦੇਣਦੇ ਉਹ ਵੀ ਇਸੇ ਤਰ੍ਹਾਂ ਕਰਪਸ਼ਨ ਹੀ ਕਰਨ ਸਾਡੇ ਮੁਲਕ ਦਾ ਅੱਗੇ ਹੀ ਬੇੜਾ ਬੈਠਾ ਪਿਆ ਉਹ ਹੋਰ ਬਾ ਲੈਣ। ਇਸ ਤੋਂ ਇਲਾਵਾ ਉਹਦਾ ਕਾਰੋਬਾਰ ਕੀ ਹੈ? ਮਤਲਬ ਉਹਦਾ ਕਾਰੋਬਾਰ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਡੇ ਸਕੂਲ ਦੇ ਵੀ ਟੀਚਰ ਹੈਗੇ ਆ ਪਿੰਡ ਦੇ ਆ ਉਹਨਾਂ ਦੀ ਰੋਜ਼ੀ ਰੋਟੀ ਮਸਾਂ ਪੂਰੀ ਹੁੰਦੀ ਹੈ ਇਹ ਵਾਹਦ ਟੀਚਰ ਹੈ ਕਿ ਜਿਹਨੇ ਆਦਾ ਪ੍ਰਾਈਵੇਟ ਸਕੂਲ ਵੀ ਬਣਾ ਛੱਡਿਆ ਤੇ ਇਹਦਾ ਮਤਲਬ ਹੈ ਉਹ ਫਿਰ ਖੈਰਾਦਰ ਵੀ ਹੁੰਦਾ ਹੋਵੇਗਾ। ਸਾਫ ਜ਼ਹਿਰੀ ਗੱਲ ਉਹ ਸਾਰਾ ਦਿਨ ਰਹਿੰਦਾ ਹੀ ਉੱਥੇ ਦਫ਼ਤਰ ਦੇ ਵਿੱਚ ਸਾਡੇ ਕੋਲ ਹੀ ਮੇਰੇ ਕੋਲ ਤਾਂ ਰਹਿੰਦਾ ਸੀ ਕਦੇ ਫੋਟੋ ਸਟੇਟ ਵਾਲੇ ਆ ਗਏ ਸ਼ਨਾਖਤੀ ਕਾਰਡ ਬਣਵਾਉਣ ਵਾਲੇ ਆ ਗਏ ਪਾਸਪੋਰਟ ਬਣਵਾਉਣ ਵਾਲੇ ਆ ਗਏ FRC ਵਾਲੇ ਆ गए। चलो इंशाल्लाह ਤੁਹਾਡਾ मुतालबा ਜਿਹੜਾ है। अच्छा, बतौर कौंसल जो हैं आदिल डोगर हैं सरदार, यंगस्टर हैं, अच्छे लायर हैं, यंग वकील हैं, बार में अच्छा एक नाम है, तो उनसे मजीद जान लेते हैं कि ये कानूनी इसमें प्रोसेस क्या जारी रख रहे हैं इनके अगेंस्ट जो है, क्योंकि आपके साहिल हैं। अस्सलाम वालेकुम सबसे पहले। वालेकुम सलाम। अच्छा, ये बताएं कानूनी प्रोसेस क्या है इसमें, जी कानूनी मदद कैसे लेगा ये आपसे? इसमें ना पहले तो हमने कोशिश की थी कि जो टीचर है ना उनके साथ फ़ोन पे बात की थी कि इनका कॉम्प्रोमाइज़ हो जाए, क्योंकि वो भी एक नीट एंड क्लीन शोबा है। लेकिन जब इन्होंने बताया कि हमारे साथ ये ज़्यादती की है तो हमने कोशिश की उनसे बतौर कॉम्प्रोमाइज़ करवाने की, लेकिन वो नहीं हो सकता। आपने बतौर कौंसल कोशिश की कि दरमियानी को रास्ता निकल आए, बतौर
पुल का किरदार अदा करने की कोशिश की, लेकिन वो नहीं माने। नहीं माने। उसके बाद हमने एक तो एसएचओ साहब को दरखास्त गुजारी है, उस पे भी इंशाल्लाह कार्रवाई होगी। एंटी करप्शन में भी हम जा वैसे रहे वो हैं। इकरार करता है कि पैसे लिए मैंने, सरकारी मुलाजिम जो है। उन्होंने फोन पे इकरार किया है कि मैंने अरशद नामी शख्स के जरिए इनसे पैसे लिए हैं। 5 लाख रुपया वसूल किए, 5 लाख का उन्होंने जिक्र नहीं किया, उन्होंने ये यानी कहा पैसे लिए हैं, पैसे लिए हैं। नौकरी का झांसा देने वाली हाँ, बात। ठीक है, पैसे ये सच हो गया। उन्होंने- उसके बाद क्या हुआ? उसके बाद हमने एंटी करप्शन में भी जा रहे हैं। आज ठीक है। इंशाल्लाह जो महकमा एजुकेशन है वहाँ पे भी दरखास्त गुजारी कर रहे हैं। इंशाल्लाह इंसाफ मिलेगा। उम्मीद है बतौर कौंसल में इनकी पूरी मदद करूंगा। बाकी अल्लाह पाक बेहतर करे। इनका नाम क्या है? जो हेडमास्टर हैं, क्या रैंक है वहाँ पे, ग्रेड क्या है, मास्टर ओहदा नवीद, क्या है? मास्टर नवीद बता रहे हैं बतौर इनके वो हेडमास्टर हैं वहाँ पे। यानी जी। ठीक हो गया, बहुत शुक्रिया। इनके जो कौंसल हैं सरदार आदिल डोगर, उनका ये कहना है कि हम इस ये जो मास्टर नवीद हैं गवर्नमेंट स्कूल में, जहाँ ये इनके मुताबिक वो कहीं किसी सरकारी स्कूल में वहाँ कोई हेडमास्टर की सीट पर भी आर्जी तैनात हैं, तो इनका ये मुतालबा है सिविल एजुकेशन से, डिप्टी कमिश्नर बिहाड़ी और तमाम जो इदारे हैं उनसे मुतालबा है कि जल्द अज जल्द जो रकम बरामद करवाई जाए और इनके खिलाफ सख्त से सख्त कानूनी कार्रवाई अमल में लाई जाए, ताकि कोई भी गवर्नमेंट मुलाजिम जो है वो इस तरीके से किसी भी शरीफ आदमी, ऐसे शरीफ आदमी, इस तरह सादा लो आदमी अफराद से 5 लाख जैसी रकम लेकर ठगी मार कर जो है भर्ती कराने का झांसा देकर बटोर ना ले। अपना बहुत सारा ख्याल रखिएगा। फिल वक्त इतना ही। अपने मेजबान अजमल शाह को इजाजत दीजिए। अल्लाह ने